हाँ जी डियर स्टूडेंट्स, गुड मॉर्निंग। हाँ जी बच्चे, नाउ वी विल डिस्कस अबाउट नेक्स्ट टॉपिक रिटेन अर्निंग्स। हाँ जी बच्चे, रिटेन अर्निंग की ਹੁੰਦਾ द एंटायर अर्निंग ऑफ ए कंपनी आर नॉट डिस्ट्रीब्यूटेड एज डिविडेंड अमंग दी शेयर होल्डर्स। ठीक है, कंपनी ਨੂੰ ਜੋ ਵੀ ਅਰਨਿੰਗ ਵਗੈਰਾ ਹੋ ਰਹੀ ਆ, ਪ੍ਰੋਫਿਟਸ ਵਗੈਰਾ ਹੋ ਰਹੇ ਨੇ, ਜੋ ਵੀ ਆਪਾਂ ਡਿਵੀਡੈਂਡ ਪੇ ਕਰਨ ਤੋਂ ਬਾਅਦ ਬਚ ਰਹੀ ਆ ਉਹਨੂੰ ਬੋਲਦੇ ਆ ਰਿਟੇਨ ਅਰਨਿੰਗ। ਜਿਵੇਂ ਹੁਣ ਸਪੋਜ਼ ਕਰੋ ਆਪਾਂ ਨੂੰ ਕੋਈ ਵੀ ਕੰਪਨੀ ਨੂੰ ਪ੍ਰੋਫਿਟ ਹੁੰਦਾ, ਠੀਕ ਹੈ ਨਾ, ਉਹ ਡਿਵੀਡੈਂਡ ਐਜ਼ ਏ ਡਿਵੀਡੈਂਡ ਪੇ ਕਰ ਦਿੰਦੀ ਹੈ ਇਕੁਇਟੀ ਸ਼ੇਅਰਸ ਨੂੰ, ਪ੍ਰੈਫਰੈਂਸ ਸ਼ੇਅਰਸ ਨੂੰ। ਉਸ ਤੋਂ ਬਾਅਦ ਜੋ ਵੀ ਪ੍ਰੋਫਿਟ ਬਚਦਾ ਦੈਟ ਇਜ਼ ਨੋਨ ਐਜ਼ ਰਿਟੇਨ ਅਰਨਿੰਗ, ਜਿਹੜਾ ਕਿ ਆਪਾਂ ਸ਼ੇਅਰ ਹੋਲਡਰਸ ਦੇ ਵਿੱਚ ਐਜ਼ ਏ ਡਿਵੀਡੈਂਡ ਡਿਸਟਰੀਬਿਊਟ ਨਹੀਂ ਕਰਦੇ। ਏ ਰੀਜ਼ਨੇਬਲ ਪਾਰਟ ਆਫ ਇਟ ਰਿਟੇਨਡ ਐਜ਼ ਰਿਜ਼ਰਵ ਔਰ ਸਰਪਲਸ। ਇੱਕ ਮਤਲਬ ਕਿ ਪਰਟੀਕੂਲਰ ਪਾਰਟ ਹੈ ਜਿਹੜਾ ਰਿਟੇਨ, ਉਹ ਐਜ਼ ਏ ਰਿਜ਼ਰਵ ਜਾਂ ਸਰਪਲਸ ਰੱਖਿਆ ਜਾਂਦਾ। ਸਰਪਲਸ ਮੀਨਸ ਪ੍ਰੋਫਿਟ। ਰਿਟੇਨ ਅਰਨਿੰਗ ਰੈਫਰਸ ਟੂ ਦੈਟ ਪਾਰਟ ਆਫ ਦੀ ਪ੍ਰੋਫਿਟ ਵਿਚ ਇਜ਼ ਕੈਪਟ ਐਜ਼ ਰਿਜ਼ਰਵ ਫॉर ਯੂਜ਼ ਇਨ ਫਿਊਚਰ। ਬੱਚੇ ਰਿਟੇਨ ਅਰਨਿੰਗ ਉਹ ਪਾਰਟ ਹੈ ਰਿਜ਼ਰਵ ਦਾ ਜਿਹੜਾ ਕਿ ਆਪਾਂ ਫਿਊਚਰ ਦੇ ਵਿੱਚ ਯੂਜ਼ ਕਰ ਸਕੀਏ, ਐਜ਼ ਏ ਰਿਜ਼ਰਵ ਰੱਖਿਆ ਜਾਂਦਾ ਹੈ। ਠੀਕ ਹੈ ਨਾ, ਜਿਵੇਂ ਕਿ ਹੁਣ ਸਪੋਜ਼ ਕਰੋ ਇੱਕ ਮੰਥ ਦੇ ਵਿੱਚ 15,000 ਆਪਾਂ ਨੂੰ ਪ੍ਰੋਫਿਟ ਹੋ ਰਿਹਾ, ਠੀਕ ਹੈ। 30,000 ਉਹਦੇ ਵਿੱਚੋਂ ਆਪਣੇ ਮੰਨ ਲਓ ਐਕਸਪੈਂਡੀਚਰ ਨੇ, ਖਰਚੇ ਨੇ, ਉਹ ਸਾਰੇ ਐਕਸਪੈਂਸਿਸ ਵਗੈਰਾ ਪੇ ਕਰਨ ਤੋਂ ਬਾਅਦ ਆਪਣੇ ਕੋਲੇ 20,000 ਬਚ ਗਿਆ। ਉਹ ਕੀ ਆਪਣੇ ਕੋਲੇ ਇੱਕ ਸੇਵਿੰਗ ਹੋ ਜਾਂਦੀ ਹੈ, ਠੀਕ ਹੈ। ਉਸੇ ਤਰ੍ਹਾਂ ਕੰਪਨੀ ਕੋਲ ਡਿਵੀਡੈਂਡ ਡਿਸਟਰੀਬਿਊਟ ਕਰਨ ਤੋਂ ਬਾਅਦ ਜੋ ਵੀ ਅਰਨਿੰਗਸ ਬਚ ਰਹੀਆਂ ਨੇ ਦੈਟ ਇਜ਼ ਨੋਨ ਐਜ਼ ਰਿਟੇਨ ਅਰਨਿੰਗ। ਹਾਂਜੀ ਬੱਚੇ, ਇੰਪੋਰਟੈਂਟ ਪੁਆਇੰਟਸ ਅਬਾਊਟ ਰਿਟੇਨ ਅਰਨਿੰਗ। ਕਿਹੜੇ ਕਿਹੜੇ ਇੰਪੋਰਟੈਂਟ ਪੁਆਇੰਟਸ ਨੇਗੇ ਤੁਸੀਂ ਦੇਖ ਲਓ। ਇਟ ਇਜ਼ ਆਲਸੋ ਨੋਨ ਐਜ਼ ਇੰਟਰਨਲ ਫਾਈਨਾਂਸਿੰਗ। ਇਹ ਕੰਪਨੀ ਦੀ ਇੱਕ ਇੰਟਰਨਲ ਫਾਈਨਾਂਸਿੰਗ ਹੈ, ਐਕਸਟਰਨਲ ਫਾਈਨਾਂਸਿੰਗ ਨਹੀਂ ਹੈਗੀ। ਸੈਲਫ ਫਾਈਨਾਂਸਿੰਗ ਆਪਣੇ ਆਪ ਅਰਨ ਕੀਤੀ ਹੋਈ ਹੈ, ਇਹਨੂੰ ਆਪਾਂ ਪਲੋਇੰਗ ਬੈਕ ਆਫ ਪ੍ਰੋਫਿਟਸ ਵੀ ਬੋਲ ਸਕਦੇ ਹਾਂ। ਠੀਕ ਹੈ ਜੀ। ਰਿਟੇਨ ਅਰਨਿੰਗ ਆਰ ਸ਼ੇਅਰ ਹੋਲਡਰ ਫੰਡਸ, ਦੇਰ ਇਜ਼ ਨੋ ਐਕਸਟਰਨਲ ਲਾਇਬਿਲਿਟੀ। ਇਹ ਕੀ ਇੱਕ ਸ਼ੇਅਰ ਹੋਲਡਰ ਫੰਡ ਹੈ, ਇਹ ਬਾਹਰ ਵਾਲੀ ਐਕਸਟਰਨਲ ਲਾਇਬਿਲਿਟੀ ਨਹੀਂ ਹੈਗੀ। ਕੰਪਨੀ ਇਜ਼ ਅੰਡਰ ਨੋ ਪ੍ਰੈਸ਼ਰ ਟੂ ਪੇ ਬੈਕ ਦਿਸ ਅਮਾਊਂਟ। ਇਹਦੇ ਵਿੱਚ ਜਿਹੜੀ ਬੱਚੇ ਕੰਪਨੀ ਆ ਉਹਦੇ ਉੱਪਰ ਕੋਈ ਪ੍ਰੈਸ਼ਰ ਨਹੀਂ ਹੁੰਦਾ ਵੀ ਇਹ ਅਮਾਊਂਟ ਆਪਾਂ ਨੇ ਕਿਸੇ ਨੂੰ ਵਾਪਿਸ ਕਰਨੀ ਹੈ। ਕਿਉਂ? ਕਿਉਂਕਿ ਇਹ ਕੰਪਨੀ ਦਾ ਖੁਦ ਦਾ ਅਰਨ ਕੀਤਾ ਹੋਇਆ ਪ੍ਰੋਫਿਟ ਹੈ। ਰਿਟੇਨ ਅਰਨਿੰਗ ਕੈਨ ਨਾਟ ਬੀ ਯੂਜ਼ਡ ਬਾਏ ਦਾ ਨਿਊਲੀ ਐਸਟੈਬਲਿਸ਼ਡ ਕੰਪਨੀ। ਜਿਹੜੀਆਂ ਕੰਪਨੀਜ਼ ਨਿਊਲੀ ਐਸਟੈਬਲਿਸ਼ ਹੋਈਆਂ ਨੇ ਉਹਨਾਂ ਕੋਲ ਰਿਟੇਨ ਅਰਨਿੰਗ ਨਹੀਂ ਹੋਏਗੀ। ਇਟ ਹੈਜ਼ ਟੂ ਡਿਪੈਂਡ ਔਨ ਦੀ ਐਕਸਟਰਨਲ ਸੋਰਸਿਸ ਆਫ ਦੀ ਫਾਈਨਾਂਸ। ਇਹ ਆਪਣੇ ਜਿਹੜੇ ਫਾਈਨਾਂਸ ਦੇ ਸੋਰਸਿਸ ਹੈ ਉਹ 'ਤੇ ਡਿਪੈਂਡ ਕਰਦੀ ਹੈ। ਦ ਅਮਾਊਂਟ ਆਫ ਰਿਟੇਨ ਅਰਨਿੰਗ ਡਿਪੈਂਡ ਔਨ ਮੈਨੀ ਫੈਕਟਰਸ ਲਾਈਕ ਨੈਟ ਪ੍ਰੋਫਿਟ, ਡਿਵੀਡੈਂਡ ਪੋਲਿਸੀ, ਏਜ ਆਫ ਦੀ ਔਰਗੇਨਾਈਜੇਸ਼ਨ। ਤੁਹਾਨੂੰ ਪ੍ਰੋਫਿਟ ਕਿੰਨਾ ਬਚ ਰਿਹਾ ਹੈਗਾ, ਤੁਹਾਡੀ ਔਰਗੇਨਾਈਜੇਸ਼ਨ ਹੈ ਕਿੰਨੇ ਈਅਰਸ ਤੋਂ ਓਪਨ ਹੋਈ ਹੋਈ ਹੈ। ਇਟਸ ਆਲਸੋ ਡਿਪੈਂਡ ਅਪੋਨ ਦੀਜ਼ ਫੈਕਟਰਸ। ਹਾਂਜੀ ਬੱਚੇ, ਨੈਕਸਟ ਟੋਪਿਕ ਹੈਗਾ ਆਪਣੇ ਕੋਲੇ ਮੈਰਿਟਸ ਆਫ ਰਿਟੇਨ ਅਰਨਿੰਗ। ਇਹਦੇ ਮੈਰਿਟਸ ਦੇਖੋ ਕੀ ਨੇ। ਡਿਪੈਂਡੇਬਲ ਸੋਰਸ। ਜਿਹੜੀ ਰਿਟੇਨ ਅਰਨਿੰਗ ਹੈ ਬੱਚੇ, ਇਹ ਆਰ ਮੋਰ ਡਿਪੈਂਡੇਬਲ ਦੈਨ ਐਕਸਟਰਨਲ ਸੋਰਸਿਸ। ਦੇ ਡੋਂਟ ਡਿਪੈਂਡ ਔਨ ਇਨਵੈਸਟਰਸ ਪ੍ਰੈਫਰੈਂਸ ਐਂਡ ਮਾਰਕੀਟ ਕੰਡੀਸ਼ਨਸ ਆਰ ਪਰਮਾਨੈਂਟ ਫੰਡਸ। ਬੱਚੇ ਜਿਹੜੀ ਰਿਟੇਨ ਅਰਨਿੰਗ ਹੈ ਇਹ ਇੱਕ ਆਪਣੇ ਆਪ ਉੱਪਰ ਡਿਪੈਂਡ ਹੈ, ਠੀਕ ਹੈ ਨਾ। ਇਹਨੂੰ ਕਿਸੇ ਵੀ ਬਾਹਰਲੇ ਸੋਰਸਿਸ ਦੇ ਉੱਪਰ ਜਾਂ ਬਾਹਰਲੇ ਕਿਸੇ ਇਨਵੈਸਟਰਸ ਦੇ ਉੱਪਰ, ਬਾਹਰਲੀਆਂ ਮਾਰਕੀਟਿੰਗ ਕੰਡੀਸ਼ਨਸ ਦੇ ਉੱਪਰ ਡਿਪੈਂਡ ਨਹੀਂ ਰਹਿਣਾ ਪੈਂਦਾ। ਇਕਨੋਮਿਕਲ, it is very economical method of finance. It does not involve any cost in the form of interest, dividend, flotation cost। ਯਾਨੀ ਕਿ ਜਿਵੇਂ ਤੁਸੀਂ ਸਪੋਜ਼ ਕਰੋ ਕੋਈ ਹੋਰ ਸੋਰਸ ਤੋਂ ਫਾਈਨਾਂਸ ਤੁਸੀਂ ਰੇਜ਼ ਕਰ ਰਹੇ ਹੋ ਇਨ ਦੀ ਫੋਰਮ ਆਫ ਲੋਨ ਜਾਂ ਕਿਸੇ ਪਰਸਨ ਤੋਂ, ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ, ਦੈਨ ਆਪਾਂ ਨੂੰ ਕੀ ਪੇ ਕਰਨਾ ਪਏਗਾ ਬੱਚੇ? ਇੰਟਰਸਟ ਪੇ ਕਰਨਾ ਪਏਗਾ, ਠੀਕ ਹੈ, ਡਿਵੀਡੈਂਡ ਪੇ ਕਰਨਾ ਪਏਗਾ। ਤਾਂ ਜਿਹੜਾ ਇਹ ਰਿਟੇਨ ਅਰਨਿੰਗ ਹੈ ਇਹਦੇ ਉੱਪਰ ਆਪਾਂ ਨੂੰ ਕੋਈ ਕੋਸਟ ਨਹੀਂ ਪੈ ਰਹੀ, ਬਿਕੋਜ਼ ਇਹ ਕੰਪਨੀ ਦੀ ਅਰਨਿੰਗ ਹੈ ਜਿਹੜੀ ਕੰਪਨੀ ਨੇ ਸੇਵ ਕੀਤੀ ਹੈ ਆਫਟਰ ਦੀ ਡਿਸਟਰੀਬਿਊਸ਼ਨ ਆਫ ਡਿਵੀਡੈਂਡ ਅਮੰਗ ਦੀ ਸ਼ੇਅਰ ਹੋਲਡਰਸ। ਮੋਰ ਫਰੀਡਮ। ਰਿਟੇਨ ਅਰਨਿੰਗ ਡੋਂਟ ਡਿਲੂਟ ਦੀ ਕੰਟਰੋਲ ਐਜ਼ ਦੇਰ ਇਜ਼ ਨੋ ਇਨਕਰੀਜ਼ ਇਨ ਦੀ ਨੰਬਰ ਆਫ ਸ਼ੇਅਰ ਹੋਲਡਰਸ। ਬੱਚੇ ਇਹਦੇ ਵਿੱਚ ਜਿਹੜਾ
ਕੰਟਰੋਲ ਹੈ ਉਹ ਆਪਾਂ ਡਿਸਟਰੀਬਿਊਟ ਯਾਨੀ ਕਿ ਡਿਲੀਊਟ ਕਿਸੇ ਦੂਸਰੇ ਪਰਸਨ ਨੂੰ ਨਹੀਂ ਦਿੰਦੇ ਹੈਗੇ, ਠੀਕ ਹੈ ਨਾ। ਇਹਦੇ ਵਿੱਚ ਸ਼ੇਅਰ ਹੋਲਡਰਸ ਇਨਕਰੀਜ਼ ਨਹੀਂ ਹੋਣਗੇ। ਫੰਡਸ ਆਰ ਜਨਰੇਟਿਡ ਇੰਟਰਨਲੀ, ਇਹ ਫੰਡ ਆਪਣੇ ਆਪ ਹੀ ਜਨਰੇਟ ਹੁੰਦਾ ਕੰਪਨੀ ਦੇ ਅੰਦਰ। ਦੇਰ ਇਜ਼ ਏ ਗ੍ਰੇਟਰ ਡਿਗਰੀ ਆਫ ਆਪਰੇਸ਼ਨਲ ਫਰੀडम ਐਂਡ ਫਲੈਕਸੀਬਿਲਿਟੀ, ਇਹਦੇ ਵਿੱਚ ਬਹੁਤ ਜ਼ਿਆਦਾ ਫਰੀडम ਅਤੇ ਫਲੈਕਸੀਬਿਲਿਟੀ ਹੁੰਦੀ ਹੈ। ਫਲੈਕਸੀਬਿਲਿਟੀ ਐਡਜਸਟ ਅਕੋਰਡਿੰਗ ਟੂ ਦੀ ਸਿਚੁਏਸ਼ਨ। ਐਬਿਲਿਟੀ ਟੂ ਓਬਜ਼ਰਵ shocks in business. It enhances the capacity of the business to observe unexpected and sudden business shocks arising due to economic depression and uncertainty of a capital market. ਬੱਚੇ ਇਹ ਕੀ ਹੈ, ਇਹਦੇ ਵਿੱਚ ਇੰਨੀ ਐਬਿਲਿਟੀ ਹੁੰਦੀ ਹੈ ਵੀ ਜੇ ਕੋਈ ਵੀ ਮਿਸ ਹੈਪਨਿੰਗ ਹੋ ਰਹੀ ਹੈ, ਸਡਨਲੀ ਕੋਈ ਸ਼ੌਕ, ਕੋਈ ਰਿਸਕ ਹੋ ਰਿਹਾ ਬਿਜ਼ਨਸ ਨੂੰ, ਆਪਾਂ ਨੂੰ ਨਹੀਂ ਪਤਾ ਉਸ ਬਾਰੇ, ਤਾਂ ਆਪਾਂ ਉਹ ਈਜ਼ੀਲੀ ਬੀਅਰ ਕਰ ਸਕਦੇ ਹਾਂ। ਇਨਹਾਂਸ ਮਾਰਕੀਟ ਵੈਲਿਊ ਆਫ ਸ਼ੇਅਰਸ, ਜਿੰਨੀ ਜ਼ਿਆਦਾ ਕੰਪਨੀ ਕੋਲੇ ਬੱਚੇ ਰਿਟੇਨ ਅਰਨਿੰਗ ਹੋਏਗੀ, ਉਹਦੀ ਫਿਨੈਂਸ਼ੀਅਲ ਸਟਰੈਂਥ ਹੈ ਜਿਹੜੀ ਉਹ ਕੀ ਹੋਏਗੀ, ਇਨਕਰੀਜ਼ ਹੋਏਗੀ, ਠੀਕ ਹੈ ਨਾ। ਇਟ ਮੇ ਲੀਡ ਟੂ ਇਨਕਰੀਜ਼ ਮਾਰਕੀਟ ਪ੍ਰਾਈਜ਼ ਆਫ ਦੀ ਕੰਪਨੀ ਸ਼ੇਅਰ, ਉਸ ਕੰਪਨੀ ਦਾ ਜਿਹੜਾ ਸ਼ੇਅਰ ਦਾ ਪ੍ਰਾਈਜ਼ ਹੈ, ਮਾਰਕੀਟ ਪ੍ਰਾਈਜ਼ ਉਹ ਵੀ ਕੀ ਹੋਏਗਾ, ਇਨਕਰੀਜ਼ ਹੋਏਗਾ। Stability of dividend, company with adequate surplus can pay the stable rate of dividend to the equity shareholders even during insufficient profits। ਇਹਦੇ ਵਿੱਚ ਕੀ ਹੈ ਬੱਚੇ, ਸਟੇਬਿਲਿਟੀ ਰਹਿੰਦੀ ਹੈ ਡਿਵੀਡੈਂਡ ਦੇ ਵਿੱਚ। ਜਿਵੇਂ ਹੁਣ ਸਪੋਜ਼ ਕਰੋ ਕੰਪਨੀ ਨੂੰ ਕਿਸੇ ਈਅਰ ਦੇ ਵਿੱਚ 1 ਈਅਰ ਦੇ ਵਿੱਚ ਪ੍ਰੋਫਿਟ ਨਹੀਂ ਹੋਇਆ, ਬਟ ਜੇ ਉਹਦੇ ਕੋਲ ਰਿਟੇਨ ਅਰਨਿੰਗ ਰੱਖੀ ਹੋਏਗੀ ਐਜ਼ ਏ ਰਿਜ਼ਰਵ, ਤਾਂ ਉਹਦੇ ਵਿੱਚ ਉਹ ਡਿਵੀਡੈਂਡ ਡਿਸਟਰੀਬਿਊਟ ਕਰ ਸਕਦੀ ਹੈ ਸ਼ੇਅਰ ਹੋਲਡਰਸ ਨੂੰ। ਤਾਂ ਇਹ ਕੀ ਹੈ, ਸਟੇਬਿਲਿਟੀ ਆਫ ਡਿਵੀਡੈਂਡ। ਹਾਂਜੀ ਬੱਚੇ, ਨੈਕਸਟ ਟੋਪਿਕ ਹੈਗਾ ਆਪਣਾ ਲਿਮੀਟੇਸ਼ਨਸ ਆਫ ਰਿਟੇਨ ਅਰਨਿੰਗ। ਰਿਟੇਨ ਅਰਨਿੰਗ ਹੈਵ ਦਾ ਫੋਲੋਇੰਗ ਡਿਸਐਡਵਾਂਟੇਜਿਸ, ਕੀ ਕੀ ਡਿਸਐਡਵਾਂਟੇਜਿਸ ਹੈ ਇਹਦੇ। ਡਿਸਸੈਟਿਸਫੈਕਸ਼ਨ ਅਮੰਗ ਦੀ ਸ਼ੇਅਰ ਹੋਲਡਰਸ, ਇਹਦੇ ਨਾਲ ਨਾ ਸ਼ੇਅਰ ਹੋਲਡਰਸ ਹੈ ਜਿਹੜੇ ਉਹ ਅਸੰਤੁਸ਼ਟ ਹੋ ਜਾਣਗੇ। ਉਹ ਕੀ ਸੋਚਣਗੇ, ਸ਼ੇਅਰ ਹੋਲਡਰਸ ਮੇ ਬੀ ਡਿਸਸੈਟਿਸਫਾਈਡ ਵਿਦ ਦਾ ਕੰਪਨੀ ਐਜ਼ ਦਾ ਰਿਟੈਂਸ਼ਨ ਆਫ ਦੀ ਪ੍ਰੋਫਿਟ ਰਿਡਿਊਸ ਦੀ ਰੇਟ ਆਫ ਡਿਵੀਡੈਂਡ। ਵੀ ਮਤਲਬ ਕਿ ਸ਼ੇਅਰ ਹੋਲਡਰਸ ਦੇ ਮਾਈਂਡ ਦੇ ਵਿੱਚ ਇਹ ਗੱਲ ਆ ਰਹੀ ਹੈ ਵੀ ਕੰਪਨੀ ਨੇ ਡਿਵੀਡੈਂਡ ਰੇਟ ਹੈ ਜਿਹੜਾ ਉਹ ਰਿਡਿਊਸ ਕਰਤਾ ਤਾਂ ਕਿ ਉਹਦੀ ਅਟੈਂਸ਼ਨ ਕੀ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪ੍ਰੋਫਿਟ ਹੈ ਐਜ਼ ਏ ਰਿਜ਼ਰਵ, ਐਜ਼ ਏ ਰਿਟੇਨ ਅਰਨਿੰਗ ਰੱਖ ਸਕੇ, ਠੀਕ ਹੈ। ਇਹ ਕੀ ਹੈ, ਇੱਕ ਲਿਮੀਟੇਸ਼ਨ ਹੈ, ਡਿਸਐਡਵਾਂਟੇਜ ਹੈ। ਅਨਸਰਟਨ, ਇਟ ਇਜ਼ ਐਨ ਅਨਸਰਟਨ ਸੋਰਸ ਆਫ ਫੰਡ ਐਜ਼ ਦਾ ਪ੍ਰੋਫਿਟ ਆਫ ਦਾ ਬਿਜ਼ਨਸ ਆਰ ਫਲਕਚੁਏਟਿੰਗ। ਇਹ ਅਨਸਰਟਨ ਹੈ ਬੱਚੇ, ਇਹ ਹੋ ਵੀ ਸਕਦਾ ਹੈ, ਨਹੀਂ ਵੀ ਹੋ ਸਕਦਾ, ਠੀਕ ਹੈ ਨਾ। ਕਿਉਂਕਿ ਦੇਖੋ ਕੰਪਨੀ ਨੂੰ ਕਈ ਵਾਰ ਪ੍ਰੋਫਿਟ ਹੋ ਜੂਗਾ ਤਾਂ ਉਹ ਐਜ਼ ਏ ਰਿਜ਼ਰਵ ਰਿਟੇਨ ਅਰਨਿੰਗ ਹੈ ਜਿਹੜੀ ਐਜ਼ ਏ ਰਿਜ਼ਰਵ ਸਰਪਲਸ ਪ੍ਰੋਫਿਟ ਵਗੈਰਾ ਰੱਖ ਸਕਦੀ ਹੈ। ਅਗਰ ਪ੍ਰੋਫਿਟ ਨਹੀਂ ਹੋ ਰਿਹਾ ਤਾਂ ਨਹੀਂ ਰੱਖੀ, ਤਾਂ ਇਟ ਮੀਨਸ ਇਹ ਕੀ ਹੈ, ਅਨਸਰਟਨ ਸੋਰਸ ਹੈ, ਕੋਈ ਪਰਮਾਨੈਂਟ ਸੋਰਸ ਆਫ ਫੰਡ ਨਹੀਂ ਹੈਗਾ। ਇਗਨੋਰ ਓਪਰਚੁਨਿਟੀ ਕੋਸਟ, ਜਿਹੜੀ ਰਿਟੇਨ ਅਰਨਿੰਗ ਹੈ ਬੱਚੇ ਇਹਦੇ ਵਿੱਚ ਕੀ ਹੁੰਦੀ ਹੈ, ਇਨਵੋਲਵ ਓਪਰਚੁਨਿਟੀ ਕੋਸਟ, ਦਾ return which the shareholders would have earned if the profits were not kept as a reserve. The management does not consider this cost. Retain earning are available easily at no cost. ਇਹਦੇ ਵਿੱਚ ਕੀ ਹੈ ਵੀ ਜਿਵੇਂ ਹੁਣ ਦੇਖੋ ਆਪਾਂ ਨੂੰ ਕਈ ਵਾਰ ਓਪਰਚੁਨਿਟੀਜ਼ ਮਿਲਦੀਆਂ ਨੇ, ਆਪਾਂ ਉਹਦਾ ਬੈਨੀਫਿਟਸ ਨਹੀਂ ਲੈ ਪਾਉਂਦੇ, ਠੀਕ ਹੈ ਜੀ। ਦੈਨ ਹੈਗਾ ਡੇਂਜਰ ਆਫ ਦੀ ਓਵਰ ਕੈਪੀਟਲਾਈਜੇਸ਼ਨ। ਇਹਦੇ ਨਾਲ ਕੀ ਆ, ਆਪਣੀ ਕੰਪਨੀ ਦੇ ਵਿੱਚ ਓਵਰ ਕੈਪੀਟਲਾਈਜੇਸ਼ਨ ਹੋ ਜੂਗੀ, ਕੰਪਨੀ ਦੇ ਵਿੱਚ ਜ਼ਿਆਦਾ ਕੈਪੀਟਲ ਹੋ ਜੂ, ਜਿੰਨੀ ਆਪਾਂ ਨੂੰ ਨੀਡ ਨਹੀਂ ਹੈਗੀ ਉਸ ਤੋਂ ਜ਼ਿਆਦਾ। ਇਫ ਦਾ ਕੰਪਨੀ ਰਿਟੇਨ ਪ੍ਰੋਫਿਟਸ ਰੈਗੂਲਰਲੀ ਵਿਦਾਊਟ ਐਨੀ ਰਿਕੁਆਇਰਮੈਂਟਸ, ਠੀਕ ਹੈ, ਫॉर द प्रॉफिटेबल इन्वेस्टमेंट, फॉर एग्जाम्पल यूज ऑफ अ रिजर्व फॉर इशू ऑफ बोनस शेयर may lead to over capitalization। ਤਾਂ ਇਹ ਕੀ ਹੈ, ਇੱਕ ਰਿਸਕ ਹੈ ਕੰਪਨੀ ਦਾ।